ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪੰਜਵਾ। ਘਰ 15ਵਾਂ। ਪੜਤਾਲ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ। ਆਸਾ ਰਾਗ ਵਿੱਚ 15ਵੇਂ ਘਰ ਸੁਰਤਾਲ ਤੇ ਪੜਤਾਲ। ਤਾਲ ਦੇ ਪ੍ਰਤਾਉ ਵਿੱਚ ਸ਼ਬਦ ਉਚਾਰਨ ਕਰਦੇ ਹਨ। ਪੜਤਾਲ ਛਾਨਬੀਨ ਖੋਜ ਭਾਵ ਉਹ ਖੋਜ ਕਰੋ ਜਿਸ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇ। ਮੰਗਲ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਜੋ ਅਦਵੈਤ ਸਰੂਪ ਪਰਮੇਸ਼ਰ ਹੈ, ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਬਿਕਾਰ ਮਾਇਆ ਮਾਦ ਸੋਇਓ ਸੂਝ ਬੂਝ ਨ ਆਵੈ। ਹੇ ਜੀਵ, ਤੂੰ ਮਾਇਆ ਦੇ ਮਾਦ ਹੰਕਾਰ ਕਰਕੇ, ਮਾਇਆ ਰੂਪੀ ਮਾਦ ਸ਼ਰਾਬ ਪੀ ਕੇ ਕਾਮ ਕ੍ਰੋਧ ਆਦਿ ਵਿਕਾਰਾਂ ਵਿੱਚ ਸੌ ਰਿਹਾ ਹੈ। ਤੈਨੂੰ ਇਸ ਲੋਕ ਦੀ ਕੋਈ ਵੀ ਸੂਝ ਸਮਝ ਅਤੇ ਪਰਲੋਕ ਦੀ ਬੂਝ ਅਕਲ ਨਹੀਂ ਆਉਂਦੀ। ਵਿਵਹਾਰਾਂ ਦੀ ਸੂਝ ਤੇ ਪਰਮਾਰਥ ਦੀ ਬੂਝ ਨਹੀਂ ਆਉਂਦੀ। ਜੋ ਪਰਮੇਸ਼ਰ ਸਾਰਿਆਂ ਦੀ ਸੂਝ ਸੋਝੀ ਗਿਆਤ ਰੱਖਣ ਵਾਲਾ ਹੈ, ਤੈਨੂੰ ਉਸ ਦੀ ਪ੍ਰਾਪਤੀ ਦੀ ਬੂਝ ਸਿੱਖਿਆ ਸਮਝ ਨਹੀਂ ਆਉਂਦੀ। ਪਕੜ ਕੇਸ ਜਮ ਉਠਾਰਿਓ ਤਦ ਹੀ ਘਰ ਜਾਵੈ। ਜਿਸ ਵਕਤ ਤੈਨੂੰ ਜਮਦੂਤਾਂ ਨੇ ਪ੍ਰਤੱਖ ਕੇਸਾਂ ਤੋਂ ਜਾਂ ਤੇਰੇ ਅੰਦਰ ਪਏ ਹੋਏ ਸੰਸਕਾਰਾਂ ਰੂਪੀ ਕੇਸਾਂ ਤੋਂ ਪਕੜ ਕਹੀਏ ਫੜ ਕੇ ਸਥੂਲ ਸਰੀਰ ਵਿੱਚ ਉਠਾਰਿਓ ਕਹੀਏ ਉਠਾ ਲਿਆ ਭਾਵ ਮੌਤ ਹੋ ਗਈ, ਤਦ ਹੀ ਨਿਸ਼ਚੇ ਕਰਕੇ ਤੂੰ ਧਰਮ ਰਾਜੇ ਦੇ ਘਰ ਵਿੱਚ ਜਾਵੇਂਗਾ। ਤਦੋਂ ਤੇਰਾ ਸਰੂਪ ਤੁਰਿਆ ਪਦ ਰੂਪੀ ਘਰ ਜਾਵੇ ਜਾਂਦਾ ਰਹੇਗਾ ਭਾਵ ਉਸ ਨੂੰ ਪ੍ਰਾਪਤ ਨਹੀਂ ਕਰ ਸਕੇਗਾ। ਤਦੋਂ ਤੇਰੇ ਕੋਲੋਂ ਪ੍ਰਤੱਖ ਘਰ ਬਾਹਰ ਚਲਿਆ ਜਾਵੇਗਾ। ਲੋਭ ਵਿਖਿਆ ਵਿਖੈ ਲਾਗੇ ਹਿਰ ਵਿਤ ਚਿੱਤ ਦੁਖਾਹੀ। ਸੋ ਵਿਖਿਆ ਮਾਇਆ ਦੇ ਲੋਭ ਲਾਲਚ ਕਰਕੇ ਵਿਸ਼ਿਆ ਸ਼ਬਦ ਸਪਰਸ਼ ਆਦਿ ਵਿੱਚ ਲਾਗੀ ਲੱਗ ਰਿਹਾ ਹੈ ਅਤੇ ਲੋਕਾਂ ਦੇ ਵਿੱਤ ਧਨ ਨੂੰ ਹਿਰ ਚੋਰੀ ਕਰਕੇ ਉਹਨਾਂ ਦੇ ਚਿੱਤ ਨੂੰ ਦੁਖੀ ਕਰਦਾ ਹੈ। ਖਿਨ ਭੰਗ ਨਾ ਕੈ ਮਾਨ ਮਾਤੇ ਅਸੁਰ ਜਾਣਹਿ ਨਾਹੀ ਰਹਾਉ। ਇੱਕ ਖਿਨ ਛਿਨ ਮਾਤਰ ਵਿੱਚ ਭੰਗਨਾ ਨਾਸ਼ ਹੋ ਜਾਣ ਵਾਲੀ ਦੇਹ ਦੇ ਮਾਨ ਹੰਕਾਰ ਵਿੱਚ ਮਾਤੇ ਕਹੀਏ ਮਸਤ ਹੋਇਆ ਹੈ। ਹੇ ਅਸੁਰ ਦੈਤ ਰਾਖਸ਼ ਬੁੱਧੀ ਵਾਲੇ ਜੀਵ, ਤੂੰ ਇਹ ਜਾਣਦਾ ਨਹੀਂ ਹੈ। ਆਸੁਰੀ ਸੰਪਦਾ ਨੂੰ ਮੇਟਣਾ ਜਾਣਦਾ ਨਹੀਂ ਹੈ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਹਨ। ਵੇਦ ਸ਼ਾਸਤਰ ਜਨ ਪੁਕਾਰਹਿ ਸੁਨੈ ਨਾਹੀ ਡੋਰਾ। ਹੇ ਡੋਰਾ ਹੁੰਦਾ ਬੋਲਿਆ ਚਾਰੇ ਵੇਦ ਛੇ ਸ਼ਾਸਤਰ ਅਤੇ ਜਨ ਭਗਤ ਜੋ ਪੁਕਾਰ ਕੇ ਕਹਿ ਰਹੇ ਹਨ, ਪਰੰਤੂ ਤੂੰ ਉਸ ਨੂੰ ਸੁਣਦਾ ਹੀ ਨਹੀਂ ਹੈ। ਚਾਰ ਪੁਕਾਰਹਿ ਨਾ ਤੂੰ ਮੰਨਹਿ, ਖਟ ਵੀ ਏਕਾ ਬਾਤ ਵਖਾਨਹਿ। ਨਿਪਟ ਬਾਜੀ ਹਾਰ ਮੂਕਾ ਪਛਤਾਇਓ ਮਨ ਭੋਰਾ। ਆਪਣੀ ਮਨੁੱਖਾ ਜ਼ਿੰਦਗੀ ਰੂਪੀ ਬਾਜੀ ਨੂੰ ਨਿਪਟ ਬਿਲਕੁਲ ਹੀ ਹਾਰ ਕੇ ਮੂਕਾ ਮੁਕਾ ਬੈਠਾ ਹੈ। ਇਉਂ ਅੰਤ ਨੂੰ ਹੇ ਭੋਰਾ ਭੋਲਿਆ ਮਨ ਵਿੱਚ ਪਛਤਾਵਾ ਹੀ ਕਰਦਾ ਰਹੇਗਾ। ਜਦੋਂ ਕਾਲ ਰੂਪ ਭੋਰਾ ਸਵੇਰਾ ਹੋਇਆ ਤਾਂ ਫਿਰ ਮਨ ਵਿੱਚ ਪਛਤਾਉਂਦਾ ਹੀ ਰਹੇਗਾ। ਡਾਨ ਸਗਲ ਗੈਰ ਵੱਜਹਿ ਭਰਿਆ। ਡਾਨ ਸਗਲ ਗੈਰ ਵਜਹਿ ਭਰਿਆ, ਦੀਵਾਨ ਲੇਖੈ ਨ ਭਰਿਆ। ਗੈਰ ਹੁੰਦਾ ਬਿਨਾ ਵਜਹ ਤੋਂ ਕਾਰਨ ਤੋਂ, ਗੈਰ ਵਜਹ ਅਕਾਰਨ। ਵਿਅਰਥ ਹੀ ਦੇਵੀ ਦੇਵਤਿਆਂ ਦੀ ਉਪਾਸਨਾ ਰੂਪ ਸਾਰਾ ਡੰਨ ਜਾਂ ਲੋਕ ਦੰਡ ਪਿਤਰ ਦੰਡ ਰਾਜ ਦੰਡ ਆਦਿ ਭਰਦਾ ਰਹਿੰਦਾ ਹੈ, ਪਰੰਤੂ ਪਰਮੇਸ਼ਰ ਦੀ ਦੀਵਾਨ ਸਤਸੰਗਤ ਦੇ ਲੇਖੈ ਪ੍ਰਵਾਨਗੀ ਵਿੱਚ ਕਦੇ ਪਿਆ ਹੀ ਨਹੀਂ ਹੈ। ਜੇ ਕਾਰਜ ਰਹਿ ਓਲਾ ਸੋਇ ਕਾਮ ਨ ਕਰਿਆ। ਜੇ ਜਿਸ ਕਾਰਜ ਕੰਮ ਕਰਕੇ ਤੇਰਾ ਲੋਕ ਪ੍ਰਲੋਕ ਵਿੱਚ ਓਲਾ ਕਹੀਏ ਪਰਦਾ ਰਹਿਣਾ ਸੀ, ਉਹ ਭਾਉ ਭਗਤੀ ਜਾਂ ਨਾਮ ਜਪਣ ਰੂਪ ਕੰਮ ਕੀਤਾ ਹੀ ਨਹੀਂ।
ਐਸੋ ਜਗ ਮੋਹਿ ਗੁਰ ਦਿਖਾਇਓ, ਤਉ ਏਕ ਕੀਰਤ ਗਾਇਆ। ਹੇ ਜੀਵ, ਮੈਨੂੰ ਤਾਂ ਅਜਿਹਾ ਜਗ ਸੰਸਾਰ ਗੁਰ ਸਤਿਗੁਰਾਂ ਨੇ ਝੂਠੇ ਪਸਾਰੇ ਵਿੱਚ ਲੱਗਾ ਹੋਇਆ ਵਿਖਾ ਦਿੱਤਾ ਹੈ। ਤਦ ਅਸੀਂ ਇੱਕ ਪਰਮੇਸ਼ਰ ਦੀ ਕੀਰਤੀ ਕੀਰਤਨ ਭਗਤੀ ਨੂੰ ਗਾਉਣਾ ਕੀਤਾ ਹੈ। ਮਾਨ ਤਾਨ ਤਜ ਸਿਆਨਪ, ਸਰਣ ਨਾਨਕ ਆਇਆ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਮਨ ਦਾ ਮਾਨ, ਤਨ ਦਾ ਤਾਨ ਬਲ ਅਤੇ ਬੁੱਧੀ ਦੀ ਸਿਆਣਪ ਚਤੁਰਾਈ ਛੱਡ ਕੇ ਉਸ ਪਰਮੇਸ਼ਰ ਦੀ ਸਰਣ ਓਟ ਪਨਾਹ ਵਿੱਚ ਆਇਆ ਹਾਂ। ਆਸਾ ਮਹੱਲਾ ਪੰਜਵਾ। ਬਾਪਾਰ ਗੋਵਿੰਦ ਨਾਏ। ਹੇ ਭਾਈ ਸੰਤ ਜਨ, ਗੋਵਿੰਦ ਪਰਮੇਸ਼ਰ ਦੇ ਨਾਏ ਨਾਮ ਦਾ ਆਪ ਜਪਣ ਤੇ ਹੋਰਨਾਂ ਨੂੰ ਨਾਏ, ਸੋ ਇਸ ਦਾ ਜੋ ਗਲਤ ਉਚਾਰਨ ਹੋਇਆ ਮਾਫੀ ਚਾਹੁੰਦੇ ਹਾਂ। ਬਾਪਾਰ ਗੋਵਿੰਦ ਨਾਏ, ਇਹ ਨਾਮ ਦਾ ਵਾਚਕ ਹੈ। ਹੇ ਭਾਈ ਸੰਤ ਜਨ, ਗੋਵਿੰਦ ਪਰਮੇਸ਼ਰ ਦੇ ਨਾਇਕ ਇਹ ਨਾਮ ਦਾ ਆਪ ਜਪਣ ਤੇ ਹੋਰਨਾਂ ਨੂੰ ਜਪਾਉਣ ਰੂਪ ਬਾਪਾਰ ਵਣਜ ਕਰਦੇ ਹਨ। ਸਾਧ ਸੰਤ ਮਨਾਏ, ਪ੍ਰਿਆ ਪਾਏ ਗੁਣ ਗਾਏ, ਪੰਚਨਾਦ ਤੂਰ ਬਜਾਏ ਰਹਾਉ। ਜਿਨ੍ਹਾਂ ਨੇ ਸਾਧ ਸ੍ਰੇਸ਼ਟ ਸੰਤ ਸ਼ਾਂਤ ਚਿੱਤ ਮਹਾਂਪੁਰਖਾਂ ਨੂੰ ਮਨਾਇਆ ਤੇ ਹਰੀ ਦੇ ਗੁਣਾਂ ਨੂੰ ਗਾਇਨ ਕੀਤਾ ਹੈ, ਉਹਨਾਂ ਨੇ ਪ੍ਰਿਆ ਪਤੀ ਪਰਮੇਸ਼ਰ ਨੂੰ ਪਾ ਲਿਆ ਹੈ ਅਤੇ ਪੰਜ ਸੱਤ ਸੰਤੋਖ ਦਇਆ ਧਰਮ ਤੇ ਵਿਚਾਰ ਰੂਪੀ ਨਾਦ ਵਾਜਿਆਂ ਨੂੰ ਤੂਰ ਸ਼ੀਘਰ ਹੀ ਬਜਾਏ ਵਜਾਉਣਾ ਕੀਤਾ ਹੈ। ਪੰਜ ਸੰਤ ਜਨਾਂ ਨਾਲ ਮਿਲ ਕੇ ਨਾਦ ਸ਼ਬਦ ਰੂਪ ਬ੍ਰਹਮ ਨੂੰ ਤੂਰ ਸ਼ੀਘਰ ਹੀ ਬਜਾਏ ਪ੍ਰਗਟ ਕਰ ਲਿਆ ਹੈ। ਪੰਜ ਪ੍ਰਕਾਰ ਦੀ ਨਾਦ ਧੁਨ ਰੂਪ ਤੂਰ ਵਾਜੇ ਜੋਗਾ ਅਭਿਆਸੀਆਂ ਨੇ ਵਜਾਉਣਾ ਕੀਤੇ ਹਨ। ਕਿਰਪਾ ਪਾਏ ਸਹਿਜਾਏ ਦਰਸਾਏ, ਅਬ ਰਾਤਾ ਗੋਵਿੰਦ ਸਿਓ। ਜਦੋਂ ਸਤਿਗੁਰਾਂ ਦੀ ਕਿਰਪਾ ਮਿਹਰ ਨੂੰ ਪਾਉਣਾ ਕੀਤਾ ਤਾਂ ਸਹਿਜਾਏ ਸਹਿਜ ਸ਼ਾਂਤ ਅਵਸਥਾ ਦੇ ਸਹਿਤ ਹੋਏ। ਤਦ ਮਹਾਰਾਜ ਨੇ ਸਰਗੁਣ ਸਰੂਪ ਵਿੱਚ ਪ੍ਰਗਟ ਹੋ ਕੇ ਦਰਸ਼ਨ ਦੇਣਾ ਕੀਤੇ ਅਤੇ ਆਪ ਕਹੀਏ ਹੁਣ ਅਸੀਂ ਗੋਬਿੰਦ ਪਰਮੇਸ਼ਰ ਦੇ ਪ੍ਰੇਮ ਨਾਲ ਰਤੇ ਗਏ, ਭਾਵ ਰਾਤਿਆ ਰੰਗੇ ਗਏ ਹਾਂ। ਸੰਤ ਸੇਵ ਪ੍ਰੀਤ ਨਾਥ, ਰੰਗ ਲਾਲਨ ਲਾਏ। ਮਹਾਤਮਾ ਜਨਾਂ ਦੀ ਸੇਵਾ ਕਰਕੇ ਨਾਥ ਮਾਲਕ ਪਰਮੇਸ਼ਰ ਨਾਲ ਪ੍ਰੀਤੀ ਲੱਗਦੀ ਹੈ, ਪਰੰਤੂ ਇਹ ਰੰਗ ਪ੍ਰੇਮ ਲਾਲਨ ਪਿਆਰੇ ਪ੍ਰਭੂ ਨੇ ਆਪ ਲਾਏ ਕਹੀਏ ਲਾਉਣਾ ਕੀਤਾ ਹੈ। ਸੰਤ ਜਨਾਂ ਨੇ ਪ੍ਰੇਮ ਨਾਲ ਪ੍ਰੀਤੀ ਕਰਕੇ ਮਾਲਕ ਪ੍ਰਭੂ ਦੀ ਸੇਵਾ ਕਮਾਉਣੀ ਕੀਤੀ ਹੈ ਅਤੇ ਰੰਗ ਪ੍ਰੇਮ ਕਰਕੇ ਲਾਲਨ ਪਿਆਰੇ ਪ੍ਰਭੂ ਨਾਲ ਮਨ ਨੂੰ ਲਾਉਣਾ ਕੀਤਾ ਹੈ। ਗੁਰ ਗਿਆਨ ਮਨ ਦ੍ਰਿੜਾਏ ਰਹਿ ਸਾਏ, ਨਹੀਂ ਆਏ ਸਹਿਜਾਏ ਮਨ ਨਿਧਾਨ ਪਾਏ। ਗੁਰ ਸਤਿਗੁਰਾਂ ਨੇ ਅਪਰੋਖ ਗਿਆਨ ਮਨ ਹਿਰਦੇ ਵਿੱਚ ਦ੍ਰਿੜ ਕਰਵਾ ਦਿੱਤਾ ਹੈ, ਜਿਸ ਕਰਕੇ ਬਹੁਤ ਰਹਿਸਾਏ ਕਹੀਏ ਪ੍ਰਸੰਨ ਹੋਏ ਹਾਂ। ਫਿਰ ਉਸ ਗਿਆਨ ਦੀ ਦ੍ਰਿੜਤਾ ਤੋਂ ਬਾਹਰ ਨਹੀਂ ਆਏ। ਸਹਿਜਾਏ ਸੁਭਾਵਕ ਹੀ ਮਨ ਨੰਨੇ ਨੂੰ ਸਿਹਾਰੀ ਹੈ। ਮਨ ਦੇ ਭਾਵ ਹਿਰਦੇ ਵਿੱਚ ਸਾਰੇ ਗੁਣਾਂ ਦਾ ਨਿਧਾਨ ਖਜ਼ਾਨਾ ਪ੍ਰਭੂ ਪਾਏ ਪ੍ਰਾਪਤ ਕਰ ਲਿਆ ਹੈ। ਸਭ ਤਜੀ ਮਨੈ ਕੀ ਕਾਮ ਕਰਾ। ਮਨੈ ਕੀਏ ਮਨ ਦੀ ਕਾਮਨਾ ਤੇ ਕਰਾ ਕਲਪਨਾ ਸਾਰੀ ਹੀ ਛੱਡ ਦਿੱਤੀ ਹੈ। ਕਾਮ ਦੀ ਸਾਰੀ ਕਲਪਨਾ ਛੱਡ ਦਿੱਤੀ ਹੈ। ਮੋਹਨ ਤਾਪਨ ਵਸੀਕਾਰ ਉਦਮਾਦਨ ਉੱਚ ਉਚਾਟ ਆਦ। ਚਿਰ ਚਿਰ ਭਇਆ ਮਨ ਬਹੁਤ ਪਿਆਸ ਲਾਗੀ। ਹੇ ਪ੍ਰਭੂ, ਚਿਰ ਚਾਰੇ ਖਾਣੀਆਂ ਵਿੱਚ ਜਾਂ ਚਾਰੇ ਯੁੱਗਾਂ ਵਿੱਚ ਭਰਮਦਿਆਂ ਨੂੰ ਬਹੁਤ ਸਮਾਂ ਹੋ ਗਿਆ, ਬੜਾ ਚਿਰ ਹੋ ਗਿਆ। ਹੁਣ ਮਨ ਹਿਰਦੇ ਵਿੱਚ ਤੁਹਾਡੇ ਮਿਲਣ ਦੀ ਬਹੁਤ ਅਤਿਅੰਤ ਹੀ ਪਿਆਸ ਚਾਹਨਾ ਲੱਗੀ ਹੋਈ ਆ। ਹਰ ਦਰਸਨੋ ਦਿਖਾਵੋ ਮੋਹਿ ਤੁਮ ਬਤਾਵੋ। ਹੇ ਹਰੀ ਪਰਮੇਸ਼ਰ, ਆਪਣਾ ਦਰਸ਼ਨ ਦਿਖਾਉਣਾ ਕਰੋ। ਮੋਹੇ ਮੈਨੂੰ ਤੁਸੀਂ ਬਤਾਵੋ, ਦੱਸਣਾ ਕਰੋ ਕਿ ਕਿਵੇਂ ਮਿਲੋਗੇ। ਨਾਨਕ ਦੀਨ ਸਰਣ ਆਏ ਗਲ ਲਾਏ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਅਸੀਂ ਦੀਨ ਗਰੀਬ ਹੋ ਕੇ ਤੁਹਾਡੀ ਸਰਣ ਓਟ ਪਨਾਹ ਵਿੱਚ ਆ ਕੇ ਪਏ ਹਾਂ
ਤਦ ਤੁਸੀਂ ਆਪ ਆਪਣੇ ਅਭੇਦ ਨਿਸ਼ਚੇ ਰੂਪ ਗਲ ਕੰਠ ਨਾਲ ਲਾਏ ਲਾ ਲੈਣਾ ਕੀਤਾ ਹੈ। ਆਸਾ ਮਹੱਲਾ ਪੰਜਵਾ। ਕਉ ਬਿਖਮ ਗਾਰ ਤੋਰੈ। ਹਾਂ, ਕੋਈ ਐਸਾ ਹੈ ਜੋ ਦੇਹ ਅਧਿਆਸ ਰੂਪੀ ਹਉਮੈ ਦੀ ਬਿਖਮ ਕਠਨ ਗਾਰ ਗੰਢ ਨੂੰ ਤੋੜ ਦੇਵੇ। 3 ਪ੍ਰਕਾਰ ਦੀਆਂ ਗੰਢਾਂ, ਚਿਦ ਗੜ ਗ੍ਰੰਥੀ, ਮਾਫ ਕਰਨਾ, ਚਿਦ ਜੜ ਗ੍ਰੰਥੀ, ਸੰਸੇ ਗ੍ਰੰਥੀ, ਕਰਮ ਗ੍ਰੰਥੀ ਨੂੰ ਕੋਈ ਤੋੜ ਦੇਵੇ। ਆਸ ਪਿਆਸ ਤੋਹ ਮੋਹ ਭਰਮ ਹੀ ਤੇ ਹੋਰੈ ਰਹਾਉ। ਜੋ ਆਸਾ ਪਦਾਰਥਾਂ ਦੀ ਪ੍ਰਾਪਤੀ ਦੀ ਤੀਬਰ ਇੱਛਾ, ਰਸਾਂ ਕਸਾਂ ਦੇ ਭੋਗਣ ਦੀ ਪਿਆਸਾ ਤ੍ਰੇਹ, ਤੋਹ ਧਰੋਹ ਧੋਖੇਬਾਜੀ, ਸਰੀਰਾਂ ਦਾ ਮੋਹ ਸਨੇਹ ਤੇ ਸਰੂਪ ਦਾ ਭਰਮ ਸੰਸਾ ਹੈ, ਇਹਨਾਂ ਸਾਰਿਆਂ ਤੋਂ ਹੀ ਹੋਰੈ ਰੋਕ ਦੇਵੇ। ਰਹਾਉ ਵਿਸਰਾਮ ਦੇ ਕੇ ਕਹਿੰਦੇ ਹਨ। ਕਾਮ ਕ੍ਰੋਧ ਲੋਭ ਮਾਨ ਇਹ ਵਿਆਧ ਸ਼ੋਰੈ। ਜੋ ਕਾਮ ਵਿਕਾਰ ਦ੍ਰਿਸ਼ਟੀ, ਕ੍ਰੋਧ ਗੁੱਸਾ, ਲੋਭ ਲਾਲਚ, ਮਾਨ ਹੰਕਾਰ ਆਦਿ ਹਨ, ਇਹਨਾਂ ਵਿਆਧ ਰੋਗਾਂ ਤਾਈਂ ਸ਼ੋਰੈ ਛੱਡਣਾ ਕਰੇ। ਸੰਤ ਸੰਗ ਨਾਮ ਰੰਗ ਗੁਣ ਗੋਵਿੰਦ ਗਾਵੋ, ਅਨ ਦਿਨੋ ਪ੍ਰਭ ਧਿਆਵੋ। ਸੰਤ ਸੰਗ, ਸੰਤਾਂ ਦੀ ਸੰਗਤ ਵਿੱਚ ਮਿਲ ਕਰਕੇ, ਨਾਮ ਵਿੱਚ ਪ੍ਰੇਮ ਕਰਕੇ ਗੋਬਿੰਦ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰੋ। ਅਨ ਦਿਨੋਂ ਰਾਤ ਦਿਨ ਇੱਕ ਰਸ ਪ੍ਰਭੂ ਪਰਮੇਸ਼ਰ ਨੂੰ ਧਿਆਵੋ ਕਹੀਏ ਧਿਆਉਣਾ ਕਰੋ। ਭ੍ਰਮ ਭੀਤ ਜੀਤ ਮਿਟਾਵੋ, ਨਿਧ ਨਾਮ ਨਾਨਕ ਮੋਰੈ। ਜਦ ਭਰਮ ਦੀ ਭੀਤ ਕੰਧ ਨੂੰ ਮਿਟਾ ਲੈਣਾ ਕਰੋਗੇ ਤਾਂ ਵਿਕਾਰਾਂ ਮਨੁੱਖਾ ਜਨਮ ਤੇ ਤੁਹਾਡੀ ਜੀਤ ਕਹੀਏ ਜਿੱਤ ਹੋਵੇਗੀ। ਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਦੇਹ ਅਧਿਆਸ ਰੂਪੀ ਗੜੀ ਨੂੰ ਭੰਨ ਕਰਕੇ ਮੋਰੈ ਸਾਡੇ ਤਾਈਂ ਨਾਮ ਦਾ ਨਿੱਧ ਖਜ਼ਾਨਾ ਪ੍ਰਾਪਤ ਹੋਇਆ ਹੈ। ਆਸਾ ਮਹੱਲਾ ਪੰਜਵਾ। ਕਾਮ ਕ੍ਰੋਧ ਲੋਭ ਤਿਆਗ, ਮਨ ਸਿਮਰ ਗੋਬਿੰਦ ਨਾਮ। ਹੇ ਜੀਵ, ਕਾਮ ਵਿਕਾਰ ਦ੍ਰਿਸ਼ਟੀ, ਕ੍ਰੋਧ ਗੁੱਸਾ, ਚਿੱਤ ਦੀ ਤੀਖਣ ਬਿਰਤੀ ਅਤੇ ਲੋਭ ਲਾਲਚ ਆਦਿ ਵਿਕਾਰਾਂ ਦਾ ਛੱਡਣਾ ਕਰ। ਹਿਰਦੇ ਵਿੱਚ ਗੋਬਿੰਦ ਪਰਮੇਸ਼ਰ ਦਾ ਨਾਮ ਸਿਮਰਨਾ ਯਾਦ ਕਰ। ਹਰ ਭਜਨ ਸਫਲ ਕਾਮ ਰਹਾਉ। ਹਰੀ ਪਰਮੇਸ਼ਰ ਦਾ ਭਜਨ ਨਾਮ ਜਪਣ ਕਰਕੇ ਸਾਰੀਆਂ ਕਾਮਨਾਵਾਂ ਸਫਲ ਸਾਰਥਕ ਹਨ। ਜੋ ਹਰੀ ਦਾ ਭਜਨ ਕਰਨਾ ਹੈ, ਇਹ ਸਫਲ ਸਹਿਤ ਫਲਾਂ ਦੇ ਕੰਮ ਹੈ। ਰਹਾਉ ਵਿਸਰਾਮ ਦੇ ਕੇ ਕਹਿੰਦੇ ਹਨ। ਤਜਮਾਨ ਮੋਹ ਵਿਕਾਰ ਮਿਥਿਆ, ਜਪ ਰਾਮ ਰਾਮ ਰਾਮ। ਆਪਣੇ ਗੁਣਾਂ ਦਾ ਮਾਨ ਅਭਿਮਾਨ, ਸਰੀਰਾਂ ਦਾ ਮੋਹ ਸਨੇਹ ਇਤਿਆਦ ਅਤੇ ਮਿਥਿਆ ਝੂਠੇ ਕਾਮਾਦਿਕ ਵਿਕਾਰਾਂ ਨੂੰ ਛੱਡ ਕਰਕੇ ਰਾਮ ਰਮੇ ਹੋਏ ਪਰਮੇਸ਼ਰ ਦੇ ਰਾਮ ਸੁੰਦਰ ਨਾਮ ਨੂੰ ਮਨ ਬਾਣੀ ਸਰੀਰ ਕਰਕੇ ਜਪਣਾ ਕਰ। ਮਨ ਸੰਤਨਾ ਕੈ ਚਰਨ ਲਾਗ। ਹੇ ਜੀਵ, ਆਪਣੇ ਮਨ ਕਰਕੇ ਜਾਂ ਸਾਡੀ ਸਿੱਖਿਆ ਨੂੰ ਮੰਨ ਕਰਕੇ ਸੰਤਨਾ ਸੰਤ ਜਨਾਂ ਦੇ ਚਰਨਾਂ ਕਮਲਾਂ ਦੇ ਨਾਲ ਲੱਗਣਾ ਕਰ। ਪ੍ਰਭ ਗੋਪਾਲ ਦੀਨ ਦਇਆਲ, ਪਤਿਤ ਪਾਵਨ ਪਾਰ ਬ੍ਰਹਮ। ਹਰ ਚਰਨ ਸਿਮਰ ਜਾਗ। ਜੋ ਪ੍ਰਭੂ ਪਰਮੇਸ਼ਰ ਗੋਪਾਲ ਪ੍ਰਿਥਵੀ ਦਾ ਪਾਲਕ ਹੈ, ਦੀਨ ਗਰੀਬਾਂ ਤੇ ਦਿਆਲਤਾ ਕਰਨ ਵਾਲਾ, ਪਤਿਤ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ, ਪਾਰ ਬ੍ਰਹਮ ਪਾਰ ਪਾਪਾਂ ਪੁੰਨਾਂ ਤੋਂ ਪਾਰ ਪਰੇ ਬ੍ਰਹਮ ਵਿਆਪਕ ਹੈ, ਉਸ ਹਰੀ ਦੇ ਚਰਨ ਭਾਵ ਨਾਮ ਦਾ ਸਿਮਰਨ ਕਰਕੇ ਗਿਆਨ ਅਵਸਥਾ ਵਿੱਚ ਜਾਗਣਾ ਕਰ। ਕਰ ਭਗਤ ਨਾਨਕ ਪੂਰਨ ਭਾਗ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਜੀਵ, ਪੂਰਨ ਭਾਗ ਸ੍ਰੇਸ਼ਟ ਭਾਗਾਂ ਦੁਆਰਾ ਪ੍ਰਭੂ ਦੀ ਪ੍ਰੇਮਾ ਭਗਤੀ ਕਰ। ਆਸਾ ਮਹੱਲਾ ਪੰਜਵਾ। ਹਰਖ ਸੋਗ ਬੈਰਾਗ ਆਨੰਦੀ, ਖੇਲ ਰੀ ਦਿਖਾਇਓ ਰਹਾਉ। ਹੇ ਜੀਵ ਰੂਪ ਸਖੀ, ਜੋ ਤੂੰ ਆਨੰਦੀ ਆਨੰਦ ਦੇਣ ਵਾਲੀ ਮਾਇਆ ਮੰਨੀ ਹੈ, ਜਦੋਂ ਇਹ ਚਲੀ ਜਾਂਦੀ ਹੈ ਨਾ, ਤਾਂ ਕਦੇ ਹਰਖ ਖੁਸ਼ੀ ਤੇ ਕਦੇ ਸੋਗ ਗਮ ਤੇ ਕਦੇ ਬੈਰਾਗ ਉਪਰਾਮਤਾ ਪੈਦਾ ਕਰਦੀ ਹੈ।
ਇਸ ਨੇ ਹਰ ਸਮੇਂ ਕੌਤਕ ਹੀ ਵਿਖਾਉਣਾ ਕੀਤਾ ਹੈ। ਰਹਾਉ, ਜਿਸ ਪ੍ਰਕਾਰ ਮਾਇਆ ਜੀਵਾਂ ਨੂੰ ਭਰਮਾਉਂਦੀ ਹੈ, ਅੱਗੇ ਵਿਸਰਾਮ ਦੇ ਕੇ ਉਹ ਕਥਨ ਕਰਦੇ ਹਨ। ਖਿਨਹੁ ਭੈ ਨਿਰਭੈ ਖਿਨਹੁ, ਖਿਨਹੁ ਉਠ ਧਾਇਓ। ਮਾਇਆ ਵਿੱਚ ਫਸਣ ਕਰਕੇ ਜੀਵ ਖਿਨਹੁ ਖਿਨ ਕਾਲ ਵਿੱਚ ਭੈ ਡਰ ਦੇ ਸਹਿਤ ਹੋ ਜਾਂਦਾ। ਜਦੋਂ ਮਾਇਆ ਕੋਲ ਹੁੰਦੀ ਆ ਤਦੋਂ ਖਿਨਹੁ ਖਿਨ ਕਾਲ ਵਿੱਚ ਹੀ ਨਿਰਭੈ ਡਰ ਤੋਂ ਰਹਿਤ ਹੋ ਕੇ ਲੋਕਾਂ ਨੂੰ ਤੰਗ ਕਰਦਾ, ਆਕੜ ਹੰਕਾਰ ਕਰਦਾ, ਗਾਲਾਂ ਕੱਢਦਾ ਅਤੇ ਖਿਨਹੁ ਖਿਨ ਕਾਲ ਵਿੱਚ ਪਦਾਰਥਾਂ ਦੀ ਪ੍ਰਾਪਤੀ ਲਈ ਉੱਠ ਕੇ ਧਾਇਓ ਦੌੜਦਾ ਫਿਰਦਾ। ਖਿਨਹੁ ਰਸ ਭੋਗਨ ਖਿਨਹੁ, ਖਿਨਹੁ ਤਜ ਜਾਇਓ। ਖਿਨਹੁ ਖਿਨ ਕਾਲ ਵਿੱਚ ਸ਼ਬਦ ਸਪਰਸ਼ ਆਦਿ ਵਿਸ਼ਿਆਂ ਵਿੱਚ ਰਸ ਪ੍ਰੇਮ ਕਰਨ ਲੱਗ ਜਾਂਦਾ, ਰਸਾਂ ਕਸਾਂ ਨੂੰ ਇਕੱਠਾ ਕਰਦਾ ਹੈ। ਫਿਰ ਖਿਨਹੁ ਖਿਨ ਕਾਲ ਵਿੱਚ ਹੀ ਇਹਨਾਂ ਨੂੰ ਭੋਗਣ ਲੱਗ ਜਾਂਦਾ ਹੈ। ਫਿਰ ਖਿਨਹੁ ਖਿਨ ਕਾਲ ਵਿੱਚ ਹੀ ਤਜ ਤਿਆਗ ਕੇ ਚਲਿਆ ਜਾਇਓ ਕਹੀਏ ਚਲਿਆ ਜਾਂਦਾ ਹੈ। ਖਿਨਹੁ ਜੋਗ ਤਾਪ ਬਹੁ ਪੂਜਾ, ਖਿਨਹੁ ਪਰਮਾਇਓ। ਖਿਨ ਕਾਲ ਵਿੱਚ ਹੀ ਕਦੇ ਜੋਗ, ਕਦੇ ਤਪ ਤੇ ਕਦੇ ਬਹੁਤ ਪ੍ਰਕਾਰ ਦੀ ਪੂਜਾ ਅਰਚਨਾ ਕਰਨ ਲੱਗ ਜਾਂਦਾ। ਫਿਰ ਖਿਨਹੁ ਖਿਨ ਕਾਲ ਵਿੱਚ ਹੀ ਭਰਮਾਇਓ ਕਹੀਏ ਭਰਮ ਵਿੱਚ ਆ ਜਾਂਦਾ, ਭਟਕਣ ਵਿੱਚ ਆਉਂਦਾ ਹੈ। ਖਿਨਹੁ ਕਿਰਪਾ ਸਾਧੂ ਸੰਗ, ਨਾਨਕ ਹਰ ਰੰਗ ਲਾਇਓ। ਗੁਰੂ ਜੀ ਕਥਨ ਕਰਦੇ ਹਨ ਕਿ ਜੇਕਰ ਇੱਕ ਖਿਨ ਦੇ ਵਿੱਚ ਸਾਧੂ ਸੰਤ ਜਨਾਂ ਦੀ ਸੰਗਤ ਦੀ ਕਿਰਪਾ ਮਿਹਰ ਹੋ ਜਾਵੇ ਤਾਂ ਉਹ ਹਰੀ ਪਰਮੇਸ਼ਰ ਦਾ ਰੰਗ ਪ੍ਰੇਮ ਲਾਇਓ ਕਹੀਏ ਲਾ ਦਿੰਦੀ ਹੈ। ਰਾਗ ਆਸਾ ਮਹੱਲਾ ਪੰਜਵਾ। ਘਰ 17ਵਾਂ। ਆਸਾ ਆਸਾਵ ਰੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਆਸਾ ਰਾਗ ਦੇ ਨਾਲ ਆਸਾਵ ਰੀ ਰਾਗਣੀ ਮੇਲ ਕੇ ਪੰਜਵੇਂ ਪਾਤਸ਼ਾਹ ਜੀ 17ਵੇਂ ਘਰ ਵਿੱਚ ਫਰਮਾਉਂਦੇ ਹਨ, ਮੰਗਲ ਕਰਦੇ ਹਨ। ਇੱਕ ਜੋ ਅਦੁੱਤੀ ਬ੍ਰਹਮ ਹੈ, ਓੰਕਾਰ ਸਰਬ ਦਾ ਪ੍ਰਕਾਸ਼ਕ, ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਗੋਬਿੰਦ ਗੋਬਿੰਦ ਕਰ ਹਾਂ, ਹਰ ਹਰ ਮਨ ਪਿਆਰ ਹਾਂ। ਹੇ ਭਾਈ, ਜੋ ਗੋਬਿੰਦ ਪ੍ਰਿਥਵੀ ਦੀ ਰੱਖਿਆ ਕਰਨ ਵਾਲਾ ਪਰਮੇਸ਼ਰ ਹੈ, ਉਸ ਦੇ ਨਾਮ ਤਈ ਉਚਾਰਨ ਕਰਨਾ ਹਾਂ, ਭਾਵ ਕਰੋ। ਹਿਰਦੇ ਵਿੱਚ ਹਰੀ ਪਰਮੇਸ਼ਰ ਦਾ ਪਿਆਰ ਧਾਰਨ ਹਾਂ, ਭਾਵ ਕਰੋ। ਗੁਰ ਕਹਿਆ ਸੋ ਚਿਤ ਧਰ ਹਾਂ, ਅਨਸਿਓ ਤੋਰ ਫੇਰ ਹਾਂ। ਜੋ ਗੁਰ ਸਤਿਗੁਰਾਂ ਨੇ ਕਹਿਣਾ ਕੀਤਾ ਹੈ, ਉਹ ਚਿੱਤ ਹਿਰਦੇ ਵਿੱਚ ਧਾਰਨਾ ਕਰੋ। ਹੋਰਨਾਂ ਦੇਵੀ ਦੇਵਤਿਆਂ ਦੀ ਉਪਾਸਨਾ ਜਾਂ ਦੁਐਤ ਨਾਲੋਂ ਪ੍ਰੀਤੀ ਤੋੜ ਕੇ ਪਰਮੇਸ਼ਰ ਦੀ ਤਰਫ ਫੇਰ ਹਾਂ ਕਹੀਏ ਮੋੜਨੀ ਕਰੋ। ਐਸੇ ਲਾਲਨ ਪਾਇਓ ਰੀ ਸਖੀ ਰਹਾਉ। ਰੀ ਕਹੀਏ ਹੈ ਸਖੀ, ਐਸੇ ਇਸ ਪ੍ਰਕਾਰ ਲਾਲਨ ਪਿਆਰਾ ਪਰਮੇਸ਼ਰ ਪਾਉਣਾ ਕਰੀਦਾ ਹੈ। ਰਹਾਉ ਵਿਸਰਾਮ ਦੇ ਕੇ ਕਹਿੰਦੇ ਹਨ, ਪੰਕਜ ਮੋਹ ਸਾਰ ਹਾਂ, ਪਗ ਨਹੀਂ ਚੱਲੈ ਹਰ ਹਾਂ। ਸੰਸਾਰ ਰੂਪੀ ਸਰ ਸਰੋਵਰ ਵਿੱਚ ਪਦਾਰਥਾਂ ਰੂਪੀ ਪਾਣੀ ਕਰਕੇ ਮੋਹ ਰੂਪੀ ਪੰਕਜ ਚਿੱਕੜ ਹੋ ਰਿਹਾ ਹੈ, ਜਿਸ ਕਰਕੇ ਹਰੀ ਪਰਮੇਸ਼ਰ ਵੱਲ ਮਨ ਬੁੱਧ ਰੂਪੀ ਪਗ ਪੈਰ ਚੱਲਦੇ ਨਹੀਂ ਹਾਂ, ਭਾਵ ਨਹੀਂ ਚੱਲਦੇ। ਗਹਿੜਿਓ ਮੂੜ ਨਰ ਹਾਂ, ਅਨਨ ਉਪਾਵ ਕਰ ਹਾਂ। ਸੋ ਇਸ ਦਾ ਦੂਸਰਾ ਪਾਠ ਅਨੇਨ ਇਕੱਠਾ ਵੀ ਆ, ਪਰ ਜੋ ਸਹੀ ਪਾਠ ਹੈ ਸੰਪਰਦਾਈ ਪਾਠ ਉਹ ਇਹ ਹੈ, ਅਨ ਨ ਉਪਾਵ ਕਰ ਹਾਂ। ਮੂੜ ਮੂਰਖ ਪੁਰਸ਼ ਉਸ ਮੋਹ ਰੂਪ ਚਿੱਕੜ ਵਿੱਚ ਗਹਿੜਿਓ ਗੱਡਿਆ ਫਸਿਆ ਹੋਇਆ ਹਾਂ। ਇਸ ਤੋਂ ਨਿਕਲਣ ਦਾ ਕੋਈ ਹੋਰ ਦੇਵੀ ਦੇਵਤਿਆਂ ਦੀ ਸ਼ਰਨ ਵਿੱਚ ਜਾਣ ਦਾ ਉਪਾਵ ਯਤਨ ਨਾ ਕਰੋ। ਅਨ ਦਵੈਤ ਵਾਲੇ ਉਪਾਵ ਨਾ ਕਰੋ। ਭਾਵੇਂ ਅਨਿਨ ਇੱਕ ਰਸ ਅਨੰਤ ਪ੍ਰਕਾਰ ਦੇ ਉਪਾਵ ਕਰ ਲਈਏ, ਪਰੰਤੂ ਫਿਰ ਵੀ ਤੋ ਨਿਕਸੈ ਸਰਨ ਪੈਰੀ ਸਖੀ।
ਰੀ ਕਹੀਏ ਹੈ ਸਖੀ, ਜੇਕਰ ਪਰਮੇਸ਼ਰ ਦੀ ਸ਼ਰਨ ਓਟ ਪਨਾਹ ਵਿੱਚ ਪੈਣਾ ਕਰੇ ਤਾਂ ਹੀ ਇਸ ਮੋਹ ਰੂਪੀ ਚਿੱਕੜ ਤੋਂ ਨਿਕਲ ਸਕੇਗੀ। ਥਿਰ ਥਿਰ ਚਿਤ ਥਿਰ ਹਾਂ, ਬਨ ਗ੍ਰਹਿ ਸਮਸਰ ਹਾਂ। ਥਿਰ ਸਥਿਤ ਰੂਪ ਪਰਮੇਸ਼ਰ ਦੇ ਸਰੂਪ ਵਿੱਚ ਥਿਰ ਸਥਿਤ ਕਰਨ ਵਾਲੇ ਸੰਤ ਜਨਾਂ ਦੀ ਸੰਗਤ ਵਿੱਚ ਮਿਲ ਕੇ ਚਿੱਤ ਮਨ ਨੂੰ ਥਿਰ ਸਥਿਤ ਕਰੋ। ਬਨ ਜੰਗਲ ਤੇ ਗ੍ਰਹਿ ਘਰ ਨੂੰ ਸਮਸਰ ਇੱਕ ਸਮਾਨ ਜਾਣਨਾ ਕਰੋ। ਅੰਤਰ ਏਕ ਪਿਰ ਹਾਂ, ਬਾਹਰ ਅਨੇਕ ਧਰ ਹਾਂ। ਹਿਰਦੇ ਅੰਦਰ ਨਿਰਗੁਣ ਸਰੂਪ ਕਰਕੇ ਇੱਕ ਪਿਰ ਪਤੀ ਪਰਮੇਸ਼ਰ ਹੀ ਹੈ, ਪਰ ਬਾਹਰ ਸੰਸਾਰ ਵਿੱਚ ਉਸ ਦੇ ਅਨੇਕ ਅਨੰਤ ਸਰਗੁਣ ਸਰੂਪ ਧਾਰਨ ਕੀਤੇ ਹੋਏ ਹਨ। ਰਾਜਨ ਜੋਗ ਕਰ ਹਾਂ, ਕਹੋ ਨਾਨਕ ਲੋਗ ਅਲੋਗੀ ਰੀ ਸਖੀ। ਰਾਜਨ ਪ੍ਰਕਾਸ਼ ਗਿਆਨ ਸਰੂਪ ਵਿੱਚ ਜੁੜਨ ਰੂਪ ਰਾਜ ਜੋਗ ਕਰਨਾ ਕਰੋ। ਸਤਿਗੁਰੂ ਸਾਹਿਬ ਜੀ ਕਹੋ ਕਹੀਏ ਕਥਨ ਕਰਦੇ ਹਨ ਕਿ ਰੀ ਹੈ ਸਖੀ, ਜੋ ਪ੍ਰਕਾਸ਼ ਗਿਆਨ ਸਰੂਪ ਵਿੱਚ ਜੁੜੇ ਹਨ ਉਹ ਦੁਨੀਆ ਦੇ ਲੋਕਾਂ ਤੋਂ ਅਲੋਗੀ ਅਲੱਗ ਭਾਵ ਅਸੰਗ ਰਹਿੰਦੇ ਹਨ। ਆਸਾਵ ਰੀ ਮਹੱਲਾ ਪੰਜਵਾ। ਮਨਸਾ ਏਕ ਮਾਨ ਹਾਂ, ਗੁਰ ਸਿਓ ਨੀਤ ਧਿਆਨ ਹਾਂ। ਮਨਸਾ ਬੁੱਧੀ ਵਿੱਚ ਇੱਛਾ ਕਰਕੇ ਇੱਕ ਪਰਮੇਸ਼ਰ ਨੂੰ ਮੰਨਣਾ ਕਰੋ। ਗੁਰ ਸਤਿਗੁਰਾਂ ਦੇ ਨਾਲ ਨਿਤਾ ਪ੍ਰਤੀ ਧਿਆਨ ਜੋੜਨਾ ਕਰੋ। ਸਤਿਗੁਰਾਂ ਨੂੰ ਨਿਤ ਰੂਪ ਜਾਣ ਕੇ ਉਹਨਾਂ ਦੇ ਧਿਆਨ ਵਿੱਚ ਜੁੜਨਾ ਕਰੋ। ਦ੍ਰਿੜ ਸੰਤ ਮੰਤ ਗਿਆਨ ਹਾਂ, ਸੇਵਾ ਗੁਰ ਚਰਾਨ ਹਾਂ। ਸ਼ਾਂਤ ਚਿੱਤ ਮਹਾਤਮਾ ਜਨਾਂ ਦੇ ਮੰਤ ਮੰਤਰ ਉਪਦੇਸ਼ ਦੁਆਰਾ ਗਿਆਨ ਨੂੰ ਦ੍ਰਿੜ ਪਰਪੱਕ ਕਰੋ। ਗੁਰ ਸਤਿਗੁਰਾਂ ਦੇ ਚਰਾਨ ਚਰਨਾਂ ਦੀ ਸੇਵਾ ਟਹਿਲ ਕਰੋ। ਤਉ ਮਿਲੀਐ ਗੁਰ ਕਿਰਪਾਨ, ਮੇਰੇ ਮਨਾ ਰਹਾਉ। ਹੇ ਮੇਰੇ ਸਾਡੇ ਮਨਾ, ਤਦ ਕਿਰਪਾਨ ਕਹੀਏ ਕਿਰਪਾ ਦੇ ਘਰ ਗੁਰੂ ਸਾਹਿਬ ਜੀ ਨਾਲ ਮਿਲੀਦਾ ਹੈ। ਤਦ ਭਗਤੀ ਰੂਪੀ ਕਿਰਪਾਨ ਨੂੰ ਧਾਰਨ ਵਾਲੇ ਗੁਰੂ ਜੀ ਨਾਲ ਮਿਲੀਦਾ ਹੈ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਟੂਟੇ ਅਨ ਭਰਾਨ ਹਾਂ, ਰਵਿਓ ਸਰਬ ਥਾਨ ਹਾਂ। ਜਿਸ ਵੇਲੇ ਅਨ ਦਵੈਤ ਦੀ ਭ੍ਰਾਂਤੀ ਟੁੱਟ ਜਾਂਦੀ ਹੈ ਤਦ ਸਾਰੇ ਅਸਥਾਨਾਂ ਵਿੱਚ ਰਵਿਓ ਵਿਆਪਕ ਪਰਮੇਸ਼ਰ ਨਿਸ਼ਚੈ ਹੋ ਜਾਂਦਾ ਹੈ ਅਤੇ ਲਹਿਓ ਜਮ ਭਿਆਨ ਹਾਂ, ਪਾਇਓ ਪੇੜ ਥਾਨ ਹਾਂ। ਜਮ ਦੂਤਾਂ ਦਾ ਭਿਆਨ ਭੈ ਸਾਰਾ ਹੀ ਲੱਥ ਜਾਂਦਾ ਹੈ। ਪੇੜ ਮੁੱਢ ਰੂਪ ਪਰਮੇਸ਼ਰ ਦੇ ਥਾਨ ਅਸਥਾਨ ਭਾਵ ਸਰੂਪ ਨੂੰ ਪਾ ਲਿਆ ਜਾਂਦਾ ਹੈ। ਪੇੜ ਬ੍ਰਿਸ਼ ਰੂਪ ਸਰੀਰ ਵਿੱਚੋਂ ਤੁਰਿਆ ਪਦ ਰੂਪੀ ਥਾਂ ਨੂੰ ਪਾ ਲਿਆ ਜਾਂਦਾ ਹੈ। ਪੇੜ ਦੀ ਨਿਆਈ ਅੰਤਿਸ਼ਕਰਨ ਵਿੱਚੋਂ ਸਰੂਪ ਦੇ ਗਿਆਨ ਰੂਪੀ ਥਾਂ ਨੂੰ ਪਾ ਲਿਆ ਜਾਂਦਾ ਹੈ। ਤਉ ਚੂਕੀ ਸਗਲ ਕਾਨ, ਤਦ ਸਾਰੇ ਸੰਸਾਰ ਦੀ ਕਾਨ ਦੀ ਮੁਥਾਜਗੀ ਚੁੱਕੀ ਗਈ ਹੈ। ਲਹਿਨੋ ਜਿਸ ਮਥਾਨ ਹਾਂ, ਭੈ ਪਾਵਕ ਪਾਰ ਪਰਾਨ ਹਾਂ। ਜਿਸ ਦੇ ਮਥਾਨ ਕਹੀਏ ਮਸਤਕ ਉੱਪਰ ਸ੍ਰੇਸ਼ਟ ਲਹਿਨੋ ਭਾਗ ਹਨ, ਉਹ ਭੈ ਖੌਫਦਾਇਕ ਕਾਲ ਮਾਇਆ ਤ੍ਰਿਸ਼ਨਾ ਈਰਖਾ ਆਦਿ ਦੀ ਪਾਵਕ ਅੱਗ ਤੋਂ ਪਾਰ ਪ੍ਰਾਨ ਕਹੀਏ ਪ੍ਰਾਨ ਹਾਂ ਪਿਆ ਹੈ। ਨਿਜ ਘਰ ਤਿਸਹਿ ਥਾਨ ਹਾਂ, ਹਰ ਰਸ ਰਸ ਹੈ ਮਾਨ ਹਾਂ। ਉਸ ਦਾ ਨਿਜ ਆਪਣੇ ਸਰੂਪ ਰੂਪੀ ਘਰ ਵਿੱਚ ਥਾਨ ਸਥਾਨ ਬਣਿਆ ਹੋਇਆ ਹੈ। ਸਾਰੇ ਰਸਹਿ ਰਸਾਂ ਵਿੱਚੋਂ ਉਹ ਹਰੀ ਪਰਮੇਸ਼ਰ ਦੇ ਰਸ ਆਨੰਦ ਨੂੰ ਮਾਨਣਾ ਕਰਦਾ ਹੈ। ਲਾਥੀ ਤਿਸ ਪੁਖਾਨ ਹਾਂ, ਨਾਨਕ ਸਹਿਜ ਸਮਾਇਓ ਰੇ ਮਨਾ। ਉਸ ਪੁਰਸ਼ ਦੀ ਪਦਾਰਥਾਂ ਦੀ ਸਾਰੀ ਭੁਖਾਨ ਭੁੱਖ ਲੈ ਜਾਂਦੀ ਹੈ ਤੇ ਲੈ ਗਈ ਹੈ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਮਨਾ, ਇਉਂ ਸਹਿਜ ਸ਼ਾਂਤ ਸਰੂਪ ਵਿੱਚ ਸਮਾ ਗਿਆ ਹੈ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।